ਅੱਜ ਆ ਪਹਿਲਾ ਲੰਗਰ ਹੋਊਗਾ ਪੱਕੀਆਂ ਵਾਲਾ ਦੁਨੀਆ ਦੇ BC ਆਸਤੇ ਖਾਸ ਕਰ ਮੈਡੀਕਲ ਕਾਲਜ ਤੋਂ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਮੈਡੀਕਲ ਕਾਲਜ ਤੋਂ ਵੀਸੀ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਮੈਡੀਕਲ ਕਾਲਜ ਤੋਂ ਵੀਸੀ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਸੁਧਾਰ ਕਰੋ ਸੁਧਾਰ ਕਰੋ ਸੁਧਾਰ ਕਰੋ ਮੈਡੀਕਲ ਪ੍ਰਬੰਧਾਂ 'ਚ ਸੁਧਾਰ ਕਰੋ ਸੁਧਾਰ ਕਰੋ ਸੁਧਾਰ ਕਰੋ ਵਾਈਟ ਚਾਂਸਲਰ ਰਾਜ ਬਹਾਦਰ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਰਾਜ ਬਹਾਦਰ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਮੁਰਦਾਬਾਦ 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 ਚੱਲਦਾ ਕਰੋ ਚੱਲਦਾ ਕਰੋ ਟਰੱਕ ਤੇ ਬੇਈਮਾਨ ਰਾਜ ਬਹਾਦਰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਬੇਈਮਾਨ ਰਾਜ ਬਹਾਦਰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਇਮਾਨਦਾਰੀ ਵਾਰਡ ਵਾਪਸ ਲਓ ਵਾਪਸ ਲਓ ਵਾਪਸ ਲਓ ਇਮਾਨਦਾਰੀ ਵਾਰਡ ਵਾਪਸ ਲਓ ਵਾਪਸ ਲਓ ਵਾਪਸ ਲਓ ਇਮਾਨਦਾਰੀ ਵਾਰਡ ਵਾਪਸ ਲਓ ਵਾਪਸ ਲਓ ਵਾਪਸ ਲਓ ਬੇਈਮਾਨ ਰਾਜ ਬਹਾਦਰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਲੋਕਾਂ ਦੀਆਂ ਸਿਹਤਾਂ ਨਾਲ ਖਿਲਵਾੜ ਕਰਨ ਵਾਲਾ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਾ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਮੈਡੀਕਲ ਦਾ ਮਾੜਾ ਵੀਸੀ ਮੁਰਦਾਬਾਦ 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 ਮੈਡੀਕਲ ਪ੍ਰਬੰਧਾਂ ਨਾਲ ਸੁਧਾਰ ਕਰੋ ਸੁਧਾਰ ਕਰੋ ਸੁਧਾਰ ਕਰੋ ਰਫਤ ਵੀਸੀ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਰਫਤ ਵੀਸੀ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਆਓ ਹੀ ਪੱਕੀਆਂ ਕਰਕੇ ਸਾਈਡ ਤੇ BC ਰਾਜ ਬਹਾਦਰ ਮੁਰਦਾਬਾਦ 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 BC ਰਾਜ ਬਹਾਦਰ ਮੁਰਦਾਬਾਦ 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 ਮੈਡੀਕਲ ਦੀਆਂ ਸਹੂਲਤਾਂ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਮਰੀਜ਼ਾਂ ਦੇ ਮੈਡੀਕਲ ਦੇ ਮਰੀਜ਼ਾਂ ਦੀ ਸਿਹਤ ਦਾ ਖਿਆਲ ਕਰੋ ਖਿਆਲ ਕਰੋ ਖਿਆਲ ਕਰੋ BC ਰਾਜ ਬਹਾਦਰ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ BC ਸਿਹਤ ਸਹੂਲਤਾਂ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਮੈਡੀਕਲ ਸਿਹਤ ਸਹੂਲਤਾਂ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ BC ਰਾਜ ਬਹਾਦਰ ਮੁਰਦਾਬਾਦ 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 ਕਾਰਗੁਜ਼ਾਰੀ ਪ੍ਰਬੰਧ ਦੀ ਮੁਰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਰਾਜ ਬਹਾਦਰ ਮੁਰਦਾਬਾਦ 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 ਰਾਜ ਬਹਾਦਰ ਮੁਰਦਾਬਾਦ 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 ਰਾਜ ਬਹਾਦਰ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਇਹਦਾ ਮੈਡੀਕਲ ਤੇ ਸਹੂਲਤਾਂ ਦਾ ਪ੍ਰਬੰਧ ਜਿੰਦਾਬਾਦ 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 ਮਜ਼ਦੂਰਾਂ ਮੁਲਾਜ਼ਮਾਂ ਸਮਾਜ ਸੇਵੀ ਜਥੇਬੰਦੀਆਂ ਦੇ ਏਕਾ ਜਿੰਦਾਬਾਦ 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 ਮਜ਼ਦੂਰਾਂ ਮੁਲਾਜ਼ਮਾਂ ਸਮਾਜ ਸੇਵੀ ਜਥੇਬੰਦੀਆਂ ਦੇ ਏਕਾ ਜਿੰਦਾਬਾਦ 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 BC ਰਾਜ ਬਹਾਦਰ ਮੁਰਦਾਬਾਦ 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 ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਮਰੀਜ਼ਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਸੱਚ ਹੱਕ ਲਈ ਲੜਦੇ ਲੋਕ ਜਿੰਦਾਬਾਦ 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 ਕਰਪਟ BC ਚੱਲਦਾ ਕਰੋ ਭਾਈ ਖਾਲੀ ਭਾਈ BC ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਯੂਨੀਵਰਸਿਟੀ ਦੇ ਮਾੜੇ ਪ੍ਰਬੰਧ ਮੁਰਦਾਬਾਦ 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 ਸਾਹਿਬ ਮੰਤਰੀ ਮੁਰਦਾਬਾਦ
ਮੁਰਦਾਬਾਦ। ਕਿਉਂ ਤੁਸੀਂ ਅੱਜ ਆਪ ਪ੍ਰੋਟੈਸਟ ਕਰ ਰਹੇ ਹੋ? ਦੇਖੋ ਜੀ, ਇਸ ਗਰਮੀ ਦੀ ਰੁੱਤ ਦੇ ਵਿੱਚ ਹਸਪਤਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਵਿੱਚ ਮਰੀਜ਼ਾਂ ਦਾ ਬੁਰਾ ਹਾਲ ਰਿਹਾ। ਏਸੀ ਉੱਥੇ 100 ਦੇ ਕਰੀਬ ਬੰਦ ਪਿਆ, ਜਿਹੜੇ ਚੋਰਾਂ ਨੇ ਪਾਈਪਾਂ ਚੋਰੀ ਕੀਤੀਆਂ ਸੀ। ਪੱਖੇ ਬੰਦ ਪਏ ਆ, ਆਪਰੇਸ਼ਨ ਥੀਏਟਰ ਡਾਕਟਰ ਬੇਹੋਸ਼ ਹੋ ਰਹੇ ਆ, MRI ਦੇ ਵਿੱਚ ਮਰੀਜ਼ ਬੇਹੋਸ਼ ਹੋ ਰਹੇ ਆ। ਜਿਸ ਦਿਨ ਮੰਤਰੀ ਸਾਹਿਬ ਆਏ ਸੀ ਉਸ ਦਿਨ ਵੀ ਵਾਈਸ ਚਾਂਸਲਰ ਸਾਹਿਬ ਬੈਠੇ ਸੀਗੇ, ਮੰਤਰੀ ਸਾਹਿਬ, ਸਪੀਕਰ ਸਾਹਿਬ, MLA ਸਾਹਿਬ, ਡਿਪਟੀ ਕਮਿਸ਼ਨਰ ਸਾਹਿਬ ਦੇ ਸਾਰਿਆਂ ਦੇ ਸਾਹਮਣੇ ਇਹ ਮੰਗ ਪੱਤਰ ਵੀ ਦਿੱਤਾ ਗਿਆ ਸੀਗਾ ਮੈਡੀਕਲ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਉਹਦੇ ਬਾਰੇ। ਤੇ ਗਰਮੀ ਦੇ ਵਿੱਚ ਇਹ ਹਜੇ ਤੱਕ ਏਸੀ ਜਿਹੜੇ ਤੇ ਪੱਖਿਆਂ ਦਾ ਪ੍ਰਬੰਧ ਨਹੀਂ ਕਰ ਸਕੇ। ਇਹਨਾਂ ਦੇ ਆਪਦੇ ਦਫ਼ਤਰਾਂ 'ਚ ਹਰ ਸਾਲ ਨਵੇਂ ਏਸੀ ਲੱਗਦੇ ਆ, ਤਿੰਨ ਭਾਵੇਂ ਬੈਠੇ ਹੋਣ ਨਾ ਬੈਠੇ ਹੋਣ ਚੱਲਦੇ ਆ। ਤੇ ਮਰੀਜ਼ ਆ ਜਿਹੜੇ ਲੋਕਾਂ ਨੇ ਦੇਸ਼ ਦਾ ਢਿੱਡ ਭਰਨ ਦੇ ਲਈ ਆਪਦੀ ਧਰਤੀ ਹਵਾ ਤੇ ਪਾਣੀ ਬਿਮਾਰ ਕਰ ਲਿਆ, ਜੇ ਅੱਜ ਲੋਕ ਬਿਮਾਰ ਹੋ ਗਏ ਤੇ ਜਦੋਂ ਹਸਪਤਾਲਾਂ ਦੇ ਵਿੱਚ ਆਉਂਦੇ ਆ ਉਹਨਾਂ ਦੇ ਦੁਰਪ੍ਰਬੰਧਾਂ ਕਰਕੇ ਉਹਨਾਂ ਦੇ ਸਿਹਤ ਸਹੂਲਤਾਂ ਦੇ ਵਿੱਚ ਢੁਕਵਾਂ ਪ੍ਰਬੰਧ ਨਹੀਂ ਹੁੰਦਾ ਤੇ ਉਹ ਕਰਜ਼ੇ ਦੀ ਮਾਰ ਥੱਲੇ ਵੀ ਆਉਂਦੇ ਆ ਤੇ ਇਸ ਦੁਨੀਆ ਤੋਂ ਉਹ ਮਾੜੇ ਪ੍ਰਬੰਧਾਂ ਕਰਕੇ ਦੁਨੀਆ ਤੋਂ ਵੀ ਚਲੇ ਜਾ ਰਹੇ ਆ। ਤੇ ਅਸੀਂ ਵਾਈਸ ਚਾਂਸਲਰ ਸਾਹਿਬ ਨੂੰ ਇੱਕ ਹਲੂਣਾ ਦੇਣ ਵਾਸਤੇ ਵੀ ਜੇ ਇਹਨਾਂ ਤੋਂ ਏਸੀ ਪੱਖੇ ਕੂਲਰ ਨਹੀਂ ਚੱਲਦੇ ਤੇ ਆਹ ਜਿਹੜੀਆਂ ਪੱਖੀਆਂ ਇਹ ਡਾਕਟਰਾਂ ਨੂੰ, ਉੱਥੋਂ ਦੇ ਟੈਕਨੀਸ਼ੀਅਨਾਂ ਨੂੰ, ਸਟਾਫ ਨਰਸਾਂ ਨੂੰ, ਮਰੀਜ਼ਾਂ ਨੂੰ, ਉਹਨਾਂ ਦੇ ਵਾਰਸਾਂ ਨੂੰ ਦੇ ਦਿਓ। ਘੱਟੋ ਘੱਟ ਉਹ ਇਲਾਜ ਕਰਾਉਣ ਦੌਰਾਨ ਹਵਾ ਝੱਲ ਕੇ ਆਪਦਾ ਟਾਈਮ ਪਾਸ ਤਾਂ ਕਰ ਸਕਣ ਗਰਮੀ ਦੀ ਰੁੱਤ ਦੇ ਵਿੱਚ। ਤੇ ਵਾਈਸ ਚਾਂਸਲਰ ਸਾਹਿਬ ਦੇ ਕੰਨ ਤੇ ਜੂੰ ਨਹੀਂ ਸਰਕਦੀ, ਭਾਵੇਂ ਇਹਨਾਂ ਨੇ ਗੈਰ ਕਾਨੂੰਨੀ ਨਿਯੁਕਤੀਆਂ ਕਰਨੀਆਂ ਹੁਣ ਮਿੰਟ ਲਾਉਂਦੇ ਆ। ਜਦ ਮਰੀਜ਼ਾਂ ਦੀ ਗੱਲ ਆਉਂਦੀ ਆ 2012 ਤੋਂ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਜਥੇਬੰਦੀਆਂ ਨੂੰ ਹਸਪਤਾਲ ਦੀ ਬਿਹਤਰੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਪਿਛਲੀ ਸਰਕਾਰ ਦੇ ਮੰਤਰੀ ਸ੍ਰੀ OP ਸੋਨੀ ਜੀ ਇਸੇ ਯੂਨੀਵਰਸਿਟੀ ਦੇ ਵਿੱਚ ਆਏ ਸੀ। ਸਥਾਨਕ MLA, ਰਜਿਸਟਰਾਰ ਸਾਹਿਬ, ਡਿਪਟੀ ਕਮਿਸ਼ਨਰ, SSP ਸਾਹਿਬ ਸੀ। ਉਸ ਸਮੇਂ ਵੀ ਹਸਪਤਾਲ ਦੀਆਂ ਲੋੜਾਂ ਦੀ ਗੱਲ ਕੀਤੀ। ਸਾਰੀਆਂ ਮਸ਼ੀਨਾਂ ਇੱਥੇ ਬਿਮਾਰ ਹੋਈ ਪਈਆਂ, ਹਸਪਤਾਲ ਤਾਂ ਬਿਮਾਰ ਆ, ਮਸ਼ੀਨਾਂ ਵੀ ਕੈਂਸਰ ਦੀਆਂ ਮਸ਼ੀਨਾਂ ਨਹੀਂ ਚੱਲ ਰਹੀਆਂ, MRI ਨਹੀਂ ਚੱਲ ਰਹੀ, CT ਸਕੈਨ ਨਹੀਂ ਚੱਲ ਰਹੀ, ਐਕਸਰਾ ਮਸ਼ੀਨਾਂ ਨਹੀਂ ਚੱਲ ਰਹੀਆਂ, ਅਲਟਰਾਸਾਊਂਡ ਨਹੀਂ ਚੱਲ ਰਹੀ। ਵਾਰਡਾਂ ਦੇ ਵਿੱਚ ਫਲੱਸ਼ਾਂ ਦਾ ਪਾਣੀ ਤੁਰਿਆ ਫਿਰਦਾ, ਪਾਟੀਆਂ ਚਾਦਰਾਂ, ਟੁੱਟੇ ਬੈੱਡ, ਪਾਟੇ ਗੱਦੇ। ਤੇ ਇਸ ਹਸਪਤਾਲ ਜਿਹੜਾ ਬਿਮਾਰ ਆ, ਮੈਨੂੰ ਇਹ ਲੱਗ ਰਿਹਾ ਵਾਈਸ ਚਾਂਸਲਰ ਸਾਹਿਬ ਦੀ ਕਿਸੇ ਪ੍ਰਾਈਵੇਟ ਅਦਾਰੇ ਨਾਲ ਸਾਂਢ ਗਾਂਢ ਆ ਵੀ ਜਿਵੇਂ ਸਾਡੇ ਦੂਜੇ ਅਦਾਰਿਆਂ ਦਾ ਲੋਕਾਂ ਦਾ ਮੋਹ ਭੰਗ ਹੋ ਕੇ ਪ੍ਰਾਈਵੇਟ ਹੱਥਾਂ 'ਚ ਗਏ ਆ। ਆਉਣ ਵਾਲੇ ਸਮੇਂ 'ਚ ਕਿਤੇ ਇਹਨਾਂ ਦੀ ਨੀਤੀ ਨਾ ਹੋਵੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨੂੰ ਪ੍ਰਾਈਵੇਟ ਹੱਥਾਂ ਦੇਣ ਦੀ, ਤਾਂ ਹੀ ਇਹਦੇ ਜਿਹੜੇ ਪ੍ਰਬੰਧ ਨੇ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਤੇ ਜਿਹੜਾ ਇਹ ਹਸਪਤਾਲ ਆ, ਮੈਂ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕਰਦਾ ਵੀ ਇਹ ਫਰੀਦਕੋਟ ਇਕੱਲੇ ਲੋਕਾਂ ਦਾ ਹਸਪਤਾਲ ਨਹੀਂ, ਘੱਟੋ ਘੱਟ 9 ਜ਼ਿਲ੍ਹਿਆਂ ਦੇ ਮਰੀਜ਼ ਇੱਥੇ ਆਉਂਦੇ ਨੇ, ਰਾਜਸਥਾਨ ਦੇ ਮਰੀਜ਼ ਇੱਥੇ ਆਉਂਦੇ ਨੇ, ਹਰਿਆਣਾ ਦੇ ਮਰੀਜ਼ ਇੱਥੇ ਆਉਂਦੇ ਨੇ। ਤੇ ਮੈਂ ਉਹਨੇ MLA ਸਾਹਿਬਾਨਾਂ ਨੂੰ ਵੀ, ਉਹਨਾਂ 20 ਵਿਧਾਨ ਸਭਾ ਹਲਕਿਆਂ ਦੇ MLA ਸਾਹਿਬਾਂ ਨੂੰ ਬੇਨਤੀ ਕਰਦਾ, ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਈ ਵਿਸ਼ੇਸ਼ ਪੈਕੇਜ ਸਰਕਾਰ ਤੋਂ ਮੰਗੋ। 500-400 ਕਰੋੜ ਰੁਪਈਆ ਸਰਕਾਰ ਦੇਵੇ, ਇਹਨੂੰ ਆਧੁਨਿਕ ਤਰੀਕੇ ਨਾਲ ਬਣਾਇਆ ਜਾਵੇ। ਤੇ ਡਾਕਟਰ ਰਾਜ ਬਹਾਦਰ ਨੂੰ ਜ਼ਿਆਦਾ 20 ਦਿਨ ਦੇ ਵਿੱਚ ਹਸਪਤਾਲ ਦੇ ਪ੍ਰਬੰਧ ਸੁਧਾਰ ਲੈਣੇ ਚਾਹੀਦੇ ਆ। ਨਹੀਂ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਡਾਕਟਰ ਰਾਜ ਬਹਾਦਰ ਨੂੰ ਇੱਥੋਂ ਚੱਲਦਾ ਕੀਤਾ ਜਾਵੇ। ਜੇ ਚੱਲਦਾ ਨਹੀਂ ਕੀਤਾ ਜਾਂਦਾ ਜਾਂ ਹਸਪਤਾਲ ਦੇ ਪ੍ਰਬੰਧ ਸੁਧਾਰੇ ਨਹੀਂ ਜਾਂਦੇ ਤੇ ਫਿਰ ਸਾਡੀ ਅਗਲੀ ਰਣਨੀਤੀ ਹੋਊਗੀ ਬਾਕੀ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਅਸੀਂ ਆਪਣੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜ ਸੇਵੀ ਸੰਸਥਾਵਾਂ ਨੂੰ ਇਕੱਠੇ ਕਰਕੇ ਪੰਜਾਬ ਸਰਕਾਰ ਦੇ ਵਿਰੁੱਧ ਬਿਗਲ ਵਜਾਵਾਂਗੇ। ਫਿਰ ਇਹ ਨਾ ਕਹਿਣ ਵੀ ਸਾਨੂੰ ਸਰਕਾਰ ਬਣੀ ਨੂੰ ਥੋੜਾ ਚਿਰ ਹੋਇਆ। ਜਿਹੜੀਆਂ ਨਿੱਕੀਆਂ ਲੋੜਾਂ ਹਸਪਤਾਲ ਦੀਆਂ ਪੰਜਾਬ ਸਰਕਾਰ ਗੰਭੀਰਤਾ ਨਾਲ ਦੇਖੇ। ਜਦੋਂ ਮੰਤਰੀ ਸਾਹਿਬ ਨੂੰ ਆ ਸਾਰਾ ਮੰਗ ਪੱਤਰ ਇੱਥੇ ਦਿੱਤਾ, ਜਦੋਂ ਪਿਛਲੀ ਦਿਨੀ ਆਏ, ਸਪੀਕਰ ਸਾਹਿਬ ਵੀ ਕੋਲ ਸੀਗੇ, MLA ਸਾਹਿਬ ਫਰੀਦਕੋਟ ਵੀ ਕੋਲ ਸੀ, ਡਿਪਟੀ ਕਮਿਸ਼ਨਰ ਸਾਹਿਬ ਵੀ ਕੋਲ ਸੀਗੇ, ਤੇ ਹਜੇ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਤੇ ਫਿਰ ਸਰਕਾਰਾਂ ਬਦਲਣ ਤਾਂ ਇਹ ਹੋ ਗਿਆ ਵੀ VC ਤਖੜਾ ਸਾਰੀਆਂ ਸਰਕਾਰਾਂ ਨੂੰ, ਭਾਵੇਂ ਬਾਦਲ ਦੀ ਸਰਕਾਰ ਹੋਵੇ, ਭਾਵੇਂ ਕੈਪਟਨ ਦੇ ਹੋਵੇ, ਤੇ ਅੱਜ ਭਾਵੇਂ ਭਗਵੰਤ ਮਾਨ ਜੀ ਦੀ ਸਰਕਾਰ ਹੋਵੇ। ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ, ਤੁਹਾਡਾ ਇੱਕ ਵਾਅਦਾ ਸੀ ਸਿਹਤ ਸਿੱਖਿਆ, ਪਰ ਸਿਹਤ ਦਾ ਜਮਾਂ ਜਲੂਸ ਨਿਕਲਿਆ ਪਿਆ, ਖਾਸ ਕਰਕੇ ਮੈਡੀਕਲ ਕਾਲਜ ਦਾ। ਪੰਜਾਬ ਸਰਕਾਰ ਔਰ ਸਿਹਤ ਮੰਤਰੀ ਪੰਜਾਬ ਗੰਭੀਰਤਾ ਨਾਲ ਮੈਡੀਕਲ ਦੇ ਪ੍ਰਬੰਧਾਂ ਸੁਧਾਰ ਕਰਨ। ਇੱਥੇ ਡਾਕਟਰਾਂ ਦੀ ਘਾਟ ਆ, ਚੰਗੇ ਡਾਕਟਰ ਛੱਡ ਕੇ ਜਾ ਰਹੇ ਆ। ਇੱਥੇ ਨਰਸਿੰਗ ਸਟਾਫ ਦੀ ਘਾਟ ਆ, ਟੈਕਨੀਸ਼ੀਅਨਾਂ ਦੀ ਘਾਟ ਆ, ਸਫਾਈ ਸੇਵਕਾਂ ਦੀ ਘਾਟ ਆ, ਤੇ ਸਾਰੇ ਢਾਂਚੇ ਦੀ ਹੀ ਘਾਟ ਪੂਰੀ ਕੀਤੀ ਜਾਵੇ। ਤੇ ਲੋਕਾਂ ਨੂੰ ਜੋ ਆਸ ਰੱਖ ਕੇ ਚੱਲ ਕੇ ਆਉਂਦਾ ਤੇ ਉਹ ਇੱਥੋਂ ਰਾਜੀ ਹੋ ਕੇ ਜਾਵੇ। ਇੱਥੇ ਲਿਖਿਆ ਜਾਂਦਾ ਜੋ ਆਵੇ ਸੋ ਰਾਜੀ ਜਾਵੇ। ਅਸੀਂ ਇਹੀ ਭਾਵਨਾ ਨਾਲ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ, ਹਸਪਤਾਲ ਦੇ ਪ੍ਰਬੰਧ ਸੁਧਾਰੇ ਜਾਣ ਤੇ ਅਸੀਂ ਤੁਹਾਡਾ ਧੰਨਵਾਦ ਕਰਾਂਗੇ, ਸਵਾਗਤ ਕਰਾਂਗੇ। ਜੇ ਪ੍ਰਬੰਧ ਸੁਧਾਰੇ ਨਾ ਗਏ ਤੇ ਫਿਰ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਫਿਰ ਸਰਕਾਰ ਦੀ ਸਾਰੀ ਇਹ ਜ਼ਿੰਮੇਵਾਰੀ ਹੋਏਗੀ। ਅੱਜ ਤੁਸੀਂ ਆਏ, ਕੋਈ ਅਧਿਕਾਰੀ ਮਿਲਿਆ ਤੁਹਾਨੂੰ? ਹਜੇ ਤੱਕ ਕੋਈ ਅਧਿਕਾਰੀ ਨਹੀਂ ਆਇਆਗਾ। ਆ ਪੱਖੀਆਂ ਲੈ ਕੇ ਅਸੀਂ ਜ਼ਰੂਰ ਪਹੁੰਚੇ ਆ। ਨਾ ਹੋਊਗਾ ਤਾਂ ਅਸੀਂ ਦੇਖਦੇ ਹਾਂ, ਜਥੇਬੰਦੀਆਂ ਨੂੰ ਕਰਕੇ VC ਸਾਹਿਬ ਦੇ ਬਾਹਰ ਅੱਗੇ ਰੱਖਾਂਗੇ। ਨਾ ਹੋਏ ਤਾਂ ਉੱਥੇ ਮਰੀਜ਼ਾਂ ਨੂੰ VC ਸਾਹਿਬ ਦੀ ਤਰਫ ਤੋਂ ਅਸੀਂ ਇਹ ਪੱਖੀਆਂ ਜਾ ਕੇ ਭੇਟ ਕਰ ਦੇਵਾਂਗੇ। ਅੱਜ ਤੁਹਾਡੀ ਟੀਮ ਦੇ ਬਾਕੀ ਮੈਂਬਰ ਆ, ਕੁਲਤਾਰ ਸੰਧਵਾ ਤੇ ਗੁਰਦਿੱਤ ਸਿੰਘ ਸੇਖੋਨੀ ਤੁਹਾਡੇ ਨਾਲ। ਨਹੀਂ, ਦੇਖੋ ਗੱਲ ਇਹ ਆ ਵੀ ਉਹ ਸਰਕਾਰ 'ਚ ਬਣ ਕੇ ਜਦੋਂ ਵੀ ਕੋਈ ਬੰਦਾ ਸਰਕਾਰ ਤੋਂ ਬਾਹਰ ਹੁੰਦਾ ਉਦੋਂ ਹੀ ਲੋਕਾਂ ਦੀ ਹੱਕ ਦੀ ਆਵਾਜ਼ ਗੱਲ ਕਰਦਾ। ਜਦੋਂ ਸਰਕਾਰ ਚਲਾ ਜਾਂਦਾ ਉਹਦੀਆਂ ਮਜਬੂਰੀਆਂ ਬਣ ਜਾਂਦੀਆਂ, ਪਰ ਜਥੇਬੰਦੀਆਂ ਦੀ ਕੋਈ ਮਜਬੂਰੀ ਨਹੀਂ ਹੁੰਦੀ। ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਵੀ ਤੁਹਾਨੂੰ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਪੰਜਾਬ ਵਿਧਾਨ ਸਭਾ 'ਚ ਭੇਜਿਆ, ਉਹ ਲੋਕ ਤੁਹਾਡੇ ਵਾਸਤੇ ਰੱਬ ਨੇ, ਤੇ ਉਹਨਾਂ ਰੱਬ ਵਰਗੇ ਮਰੀਜ਼ਾਂ ਦੀ ਸਿਹਤ ਦਾ ਖਿਆਲ ਰੱਖਣਾ
ਤੁਹਾਡਾ ਮੁੱਢਲਾ ਫਰਜ਼ ਆ। ਠੀਕ ਹੈ, ਤੁਸੀਂ ਯੋਗ ਆਪਦੇ ਯਤਨ ਕਰ ਰਹੇ ਹੋ, ਸਾਨੂੰ ਪਤਾ ਤੁਹਾਡੇ ਯਤਨਾਂ ਨੂੰ ਹਜੇ ਬੂਰ ਨਹੀਂ ਪੈ ਰਿਹਾ, ਤੇ ਫਿਰ ਕੱਲ ਨੂੰ ਇਹ ਨਹੀਂ ਕਹਿਣਾਗਾ ਵੀ ਇਹ ਜਥੇਬੰਦੀਆਂ ਵੀ ਮਤਲਬ ਠੰਡਾ ਸੰਘਰਸ਼ ਕਰ ਦੇਣ, ਕੁਛ ਕਰ ਦੇਣ। ਇਹ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਅੱਜ ਹੋਏਗੀ। ਤੋਂ ਪਹਿਲਾਂ ਫਰੀਦਕੋਟ ਦੇ ਐਮਐਲਏ ਵੀ ਇਸ ਮਾਮਲੇ ਨੂੰ ਲੈ ਕੇ ਕਈ ਹੜਤਾਲਾਂ ਕੀਤੀ, ਅੱਜ ਨਜ਼ਰ ਨਹੀਂ ਆ ਰਹੇ। ਦੇਖੋ ਜੀ, ਅੱਜ ਜਥੇਬੰਦੀਆਂ ਦਾ ਪ੍ਰੋਗਰਾਮ ਸੀਗਾ, ਐਮਐਲਏ ਸਾਹਿਬ ਵੀ ਚਲੋ ਜਾ ਕੇ ਦੇਖਦੇ, ਉਹਨਾਂ ਦੀ ਫੇਸਬੁੱਕ ਤੇ ਉਹ ਉੱਥੇ ਮੰਤਰੀ ਸਾਹਿਬ ਨੂੰ ਮਿਲਦੇ ਆ, ਕਿਤੇ ਆਪਣੇ ਵਿੱਤ ਮੰਤਰੀ ਸਾਹਿਬ ਨੂੰ ਮਿਲਦੇ ਆ, ਉਹਨਾਂ ਦਾ ਫਰਜ਼ ਆ। ਪਰ ਜਥੇਬੰਦੀਆਂ ਦਾ ਆਪਣਾ ਸੰਘਰਸ਼ ਕਰਨ ਦਾ ਆਪਣਾ ਢੰਗ ਹੁੰਦਾ, ਰਾਜਨੀਤਿਕ ਲੋਕਾਂ ਦਾ ਆਪਣਾ ਹੁੰਦਾ। ਇਸ ਕਰਕੇ ਜਥੇਬੰਦੀਆਂ ਦਾ ਇਹ ਪ੍ਰੋਗਰਾਮ, ਇਹ ਰਾਜਨੀਤਿਕ ਲੋਕਾਂ ਦਾ ਪ੍ਰੋਗਰਾਮ ਨਹੀਂ। ਉਹ ਨੁਮਾਇੰਦੇ ਨੇ, ਉਹਨਾਂ ਨੇ ਦੇਖਣਾ ਵੀ ਜਥੇਬੰਦੀਆਂ ਦੀ ਆ ਕੇ ਗੱਲ ਸੁਣਨੀ ਆ ਜਾਂ ਨਹੀਂ ਸੁਣਨੀ। ਅੱਜ ਅਸੀਂ ਭਾਈ ਕਨ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਸਮਾਜ ਸੇਵੀ ਸੰਸਥਾਵਾਂ ਅਤੇ ਭਾਰਤੀ ਕਿਸਾਨ ਯੂਨੀਅਨ ਜਥੇਬੰਦੀਆਂ, ਵੱਖ-ਵੱਖ ਜਥੇਬੰਦੀਆਂ ਔਰ ਭਰਾਤਰੀ ਜਥੇਬੰਦੀਆਂ ਅਸੀਂ ਇਕੱਤਰ ਹੋ ਕੇ ਜੋ ਪਿਛਲੇ ਸਾਲ ਤੋਂ ਲੈ ਕੇ ਮੈਡੀਕਲ ਦੇ ਪ੍ਰਬੰਧਾਂ ਨੂੰ, ਜੋ ਉੱਥੋਂ ਦਾ ਵੀਸੀ ਆ, ਮੰਗ ਪੱਤਰ ਦੇ ਚੁੱਕੇ ਆ। ਜੋ ਇੱਥੇ ਘਾਟਾਂ, ਜੋ ਮੁਸ਼ਕਲਾਂ ਮੈਡੀਕਲ ਦੇ ਵਿੱਚ ਮਰੀਜ਼ਾਂ ਨੂੰ ਆ ਰਹੀਆਂ, ਔਰ ਜਿੱਥੇ ਇਹਦੇ ਧਿਆਨ 'ਚ ਲਿਆਂਦੀਆਂ, ਉੱਥੇ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਂਦੀਆਂ, ਡੀਸੀ ਸਾਹਿਬ ਦੇ ਧਿਆਨ 'ਚ ਲਿਆਂਦੀਆਂ, ਪਰ ਇਹ ਪ੍ਰਣਾਲਾ ਉੱਥੇ ਦਾ ਉੱਥੇ ਆ। ਹੁਣ ਅਸੀਂ ਜੋ ਅੱਤ ਦੀ ਗਰਮੀ ਵਿੱਚ ਮਰੀਜ਼ਾਂ ਨੂੰ ਮੁਸ਼ਕਲਾਂ ਆ ਰਹੀਆਂ, ਹੋਰ ਤਾਂ ਹੋਰ ਪੱਖਾ ਕੂਲਰ ਵੀ ਤੇ ਜਾਂ ਏਸੀ ਉੱਥੇ ਬੰਦ ਪਏ ਆ। 90 ਦੇ ਕਰੀਬ ਚੋਰਾਂ ਨੇ ਉਹਦਾ ਸਮਾਨ ਲਾ ਲਿਆ। ਇਹ ਡਾਕਟਰ ਪਤਾ ਨਹੀਂ ਕਿੱਥੇ ਸੁੱਤਾ ਪਿਆ, ਜਿਹੜਾ VCS ਦਾ ਪ੍ਰਬੰਧਕ ਆ। ਜਿਹੜੇ ਡਾਕਟਰ ਆ, ਮਰੀਜ਼ਾਂ ਦਾ ਬੁਰਾ ਹਾਲ ਆ। ਡਾਕਟਰ ਜਿੱਥੇ ਆਪਰੇਸ਼ਨ ਕਰਦੇ ਆ, ਡਾਕਟਰਾਂ ਕੋਲ ਵੀ ਉੱਥੇ ਜਿਹੜਾ ਪੱਖਾ ਇਹ ਚੱਲਣਾ ਨਹੀਂ ਚਾਹੀਦਾ, ਉੱਥੇ ਏਸੀ ਚਾਹੀਦਾ। ਪਰ ਇਹ ਪ੍ਰਬੰਧ ਨਾਕਾਮ ਹੋਣ ਕਰਕੇ ਜਿਹੜਾ VC ਆ, ਅਸੀਂ ਇਹ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜੀ ਇਹਦੀ ਬਦਲੀ ਕੀਤੀ ਜਾਵੇ, ਇੱਥੇ ਵਧੀਆ ਪ੍ਰਬੰਧਕ ਲਿਆ ਕੇ ਜੋ ਇਹਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇ। ਵਰਨਾ ਜੇ ਨਾ ਹੋਇਆ ਤੇ ਜਥੇਬੰਦੀਆਂ ਸਾਰੀਆਂ ਇਕੱਤਰ ਹੋ ਕੇ ਇੱਕ ਤਗੜਾ ਸੰਘਰਸ਼ ਲੜਨ ਲਈ ਮਜਬੂਰ ਹੋਣਗੀਆਂ। ਅੱਜ ਅਸੀਂ ਪੱਖੀਆਂ ਭੇਟ ਕਰਨ ਜਾ ਰਹੇ ਹਾਂ ਇੱਥੇ VC ਨੂੰ, ਤਾਂ ਜੋ ਮਰੀਜ਼ ਆ, ਜੋ ਡਾਕਟਰ ਆ, ਜਿੱਥੇ ਏਸੀ ਨਹੀਂ ਚੱਲਦੇ, ਉਹ ਪੱਖੀਆਂ ਨਾਲ ਟਾਈਮ ਪਾਸ ਕਰ ਸਕਣ, ਆਪਣੇ ਸਿਹਤ ਨੂੰ ਹਵਾ ਦੇ ਸਕਣ। ਇਹਨਾਂ ਕੁਝ ਕਹਿੰਦੇ ਹੋਏ ਅਸੀਂ ਇਹ ਵਾਰਨਿੰਗ ਦਿੰਦੇ ਪੰਜਾਬ ਸਰਕਾਰ ਨੂੰ ਕਿ ਇਹਦੇ VC ਨੂੰ ਚੱਲਦਾ ਕਰੋ, ਇੱਥੇ ਮਰੀਜ਼ਾਂ ਵਾਸਤੇ ਵਧੀਆ ਪ੍ਰਬੰਧ ਕਰੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ।